ਸੰਤ ਸੰਗੇ ਮਨ ਭਾਰੋ ਫੜ, ਮਿਲ ਮੇਘ ਧਾਰੋ ਸੁਹਾਗੋ। ਕਨ ਘੋਰ ਪ੍ਰੀਤ ਮੋਰ, ਚਿਤ ਚਾਤਰਿਕ ਬੂੰਦ ਓਰ। ਐਸੋ ਹਰ ਸੰਗੇ ਮਨ ਮੋਹ, ਤਿਆਗ ਮਾਇਆ ਧੋ। ਮਿਲ ਸੰਤ ਨਾਨਕ ਜਾਗਿਓ, ਐਸੋ ਹਰ ਸੰਗੇ ਮਨ ਮੋਹ। ਤਿਆਗ ਮਾਇਆ ਧੋ, ਮਿਲ ਸੰਤ ਨਾਨਕ ਜਾਗਿਓ। ਗੁਰੂ ਜੀ। ਨਾਨਕ ਤਿਨਾ ਬਸੰਤ ਹੈ, ਜਿਨਾ ਗੁਰਮੁਖ ਵਸਿਆ ਮਨ ਸੋਏ। ਹਰ ਬੁਠੈ ਮਨ ਤਨ ਭਾਰੋ ਫੜੈ, ਸਭ ਜਗ ਹਰਿਆ ਹੋਏ। ਸਤਿਗੁਰੂ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਨਾਨਕ ਤਿਨਾ ਬਸੰਤ ਹੈ, ਜਿਨਾ ਗੁਰਮੁਖ ਵਸਿਆ ਮਨ ਸੋਏ। ਹਰ ਬੁੱਠੈ ਮਨ ਤਨ ਭਰ ਫੜੈ, ਸਭ ਜਗ ਹਰਿਆ ਹੋਏ। ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਦਿੰਦੇ ਨੇ ਭਾਈ, ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਪਰਿਪੂਰਨ ਵਾਹਿਗੁਰੂ ਦਾ ਨਾਮ ਗੁਰੂ ਦੁਆਰਾ ਵਸ ਗਿਆ। ਗੁਰਮੁਖ ਵਸਿਆ ਮਨ ਸੋਏ। ਗੁਰੂ ਦੁਆਰਾ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਤੇ ਇਹਨਾਂ ਨੂੰ ਸਦੀਵੀ ਆਨੰਦ ਤੇ ਖੇੜਾ ਬਣਿਆ ਰਹਿੰਦਾ ਹੈ। ਕਿਉਂਕਿ ਪਰਮੇਸ਼ਰ ਦਾ ਨਾਮ ਵਰਤਣੇ ਇਹਨਾਂ ਦਾ ਮਨ ਤਨ ਪ੍ਰਫੁੱਲਤ ਹੋ ਜਾਂਦਾ ਹੈ, ਜਦੋਂ ਨਾਮ ਹਿਰਦੇ ਘਰ ਵਿੱਚ ਵਸ ਜਾਵੇ। ਨਾਨਕ ਤਿਨਾ ਬਸੰਤ ਹੈ, ਜਿਨਾ ਗੁਰਮੁਖ ਵਸਿਆ ਮਨ ਸੋਏ। ਤਿਨਾਂ ਦੇ ਦਰਸ਼ਨ ਤੇ ਸੰਪੂਰਨ ਜਗਤ ਵੀ ਹਰਿਆ ਭਰਿਆ ਹੋ ਜਾਂਦਾ। ਵਡੜੈ ਝਾਲ ਲੋਂਬੜੈ, ਨਾਵੜਾ ਲਈਐ ਕਿਸ।
ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ। ਪਾਤਸ਼ਾਹ ਫਰਮਾਉਂਦੇ ਨੇ ਵੱਡਾ ਭਾਵ ਝਾ ਲਾਂਗੇ ਅੰਮ੍ਰਿਤ ਵੇਲੇ ਉੱਠ ਕੇ। ਅੰਮ੍ਰਿਤ ਵੇਲੇ ਦਾ ਸਮਾਂ ਜਿਸ ਦਾ ਵੱਡਾ ਮਹੱਤਮ ਹੈ। ਸਾਰੇ ਦਿਨ ਦੀ ਸਾਧਨਾ ਇੱਕ ਪਲ ਅੰਮ੍ਰਿਤ ਵੇਲੇ ਦਾ ਸਮ ਹੈ, ਬਰੋਬਰ ਹੈ। ਝਾ ਲਾਂਗੇ ਉੱਠ ਨਾਮ ਜਪ ਨਿਸਵਾਸੁਰ ਆਰਾਧ। ਕਾਰਾ ਤੁਝੇ ਨਾ ਵਿਆਪੀ ਨਾਨਕ ਮਿਟਿਓ ਪਾਦ। ਇਹ ਝੋਰਾ ਨਹੀਂ ਵਿਆਪੇਗਾ, ਉਪਾਧੀਆਂ ਮਿਟ ਜਾਵਣਗੀਆਂ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਪਰਮੇਸ਼ਵਰ ਦੀ ਯਾਦ ਚਿੰਤਨ ਵਿੱਚ ਜੁੜ ਜਾਵੇਂ। ਕਿਸ ਦਾ ਨਾਮ ਲਈਏ? ਅੰਮ੍ਰਿਤ ਵੇਲੇ ਉੱਠ ਕੇ ਪਾਤਸ਼ਾਹ ਫਰਮਾਉਂਦੇ ਨੇ ਨਾਵੜਾ ਲਈਐ ਕਿਸ ਕਿਸ ਦਾ ਨਾਮ ਜਪਣਾ। ਇਹ ਵੀ ਫਰਮਾਉਂਦੇ ਨੇ ਪਾਤਸ਼ਾਹ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ। ਇਹ ਭਾਈ ਉਸ ਦਾਤੇ ਉਸ ਵਾਹਿਗੁਰੂ ਪਰਵਰਦਗਾਰ ਦਾ ਨਾਮ ਜਪ। ਉਹ ਕੈਸਾ ਦਾਤਾ ਜੋ ਬਣਾਵਣ ਵਾਲਾ ਵੀ ਆਪ ਤੇ ਢਾਵਣ ਵਾਲਾ ਵੀ ਆਪ। ਉਹ ਕੈਸਾ ਦਾਤਾ ਜਿਸ ਦਾਤੇ ਨੇ ਜਗਤ ਦੀ ਰਚਨਾ ਕੀਤੀ ਉਹ ਲੈ ਵੀ ਆਪ ਕੀਤਾ। ਜਿਸ ਦੇ ਹੁਕਮ ਦੇ ਵਿੱਚ ਜੰਮਣ ਤੇ ਮਰਨ ਹੈ। ਉਹ ਕੈਸਾ ਦਾਤਾ ਜੋ ਸਭਨਾਂ ਦੀ ਪਾਲਣਾ ਸਵੈਮ ਆਪ ਕਰਦਾ। ਉਹ ਕੈਸਾ ਦਾਤਾ ਜੋ ਸਭਨਾਂ ਨੂੰ ਰੋਜੀ ਦਿੰਦਾ, ਸਭਨਾਂ ਦੀ ਖਬਰ ਲੈਂਦਾ ਹੈ। ਉਹ ਐਸਾ ਸਮਰੱਥ ਦਾਤਾ, ਉਸ ਦਾਤੇ ਦਾ ਘਰ ਵੀ ਐਸਾ, ਉਸਦੀ ਸ਼ਰਨ ਵੀ ਐਸੀ। ਕੋਈ ਪੁੰਨੀ ਆ ਜਾਵੇ, ਕੋਈ ਪਾਪੀ ਆ ਜਾਵੇ, ਉਹ ਸ਼ਰਨ ਸੂਰਾ ਹੈ। ਸ਼ਰਨ ਆਈ ਦੀ ਉਹ ਲਾਜ ਰੱਖਦਾ ਹੈ। ਭਗਤ ਕਬੀਰ ਜੀ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ। ਕਬੀਰ ਜਿਹ ਦਰ ਆਵਤ ਜਾਤਿਉ ਹਟਕੈ ਨਾਹੀ ਕੋਏ। ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਉਸ ਮੇਰੇ ਪਰਵਰਦਗਾਰ ਗੁਰੂ ਨਾਨਕ ਦਾ ਘਰ ਐਸਾ ਸਿਕੰਦਰ ਬਾਦਸ਼ਾਹ ਨੂੰ ਕਹਿ ਦਿੱਤਾ ਸੀ, ਉਸ ਘਰ ਨੂੰ ਮੈਂ ਕਿਵੇਂ ਛੱਡ ਦੇਵਾਂ ਜਿਸ ਘਰ ਵਿੱਚ ਕਿਸੇ ਨੂੰ ਰੋਗ ਹੈ ਹੀ ਨਹੀਂ। ਕੋਈ ਪੁੰਨੀ ਆ ਜਾਵੇ, ਕੋਈ ਪਾਪੀ ਆ ਜਾਵੇ, ਕੋਈ ਰਾਜਾ ਆ ਜਾਵੇ, ਕੋਈ ਮੰਗਤਾ ਆ ਜਾਵੇ, ਕਿਸੇ ਨੂੰ ਕੋਈ ਰੋਕ ਨਹੀਂ। ਉਹ ਘਰ ਕਿਵੇਂ ਛੱਡ ਦਈਏ? ਫਿਰ ਐਸਾ ਉਹ ਦਾਤਾ ਸ਼ਰਨ ਸੂਰਾ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ। ਸਤਿਗੁਰੂ ਬੜੇ ਦਿਆਲੂ ਕਿਰਪਾਲੂ ਮਿਹਰਬਾਨ ਨੇ। ਢਹਿਣ ਵਿੱਚ ਦੇਰੀ ਹੈ, ਬਖਸ਼ਣ ਵਿੱਚ ਕੋਈ ਦੇਰੀ ਨਹੀਂ। ਬੜਾ ਦਿਆਲੂ ਤੇ ਕਿਰਪਾਲੂ ਹੈ ਮੇਰਾ ਵਾਹਿਗੁਰੂ। ਜਿਸ ਮਾਲਕ ਨੇ ਬਲੀ ਕੰਧਾਰੀ ਨੇ ਪੱਥਰ ਸੁੱਟਿਆ ਗੁਰਦੇਵ ਤੇ, ਜੋ ਚਰਨਾਂ ਤੇ ਆ ਕੇ ਢਹਿ ਪਿਆ, ਬਖਸ਼ ਵੀ ਲਿਆ, ਕੰਠ ਨਾਲ ਵੀ ਲਾ ਲਿਆ। ਉਹ ਕੈਸਾ ਦਾਤਾ, ਪੱਥਰ ਨੂੰ ਵੀ ਤਾਰਿਆ, ਦੇਵੀ ਭਾਗ ਜਾਗੇ ਬਖਸ਼ੀਸ਼ਾਂ ਕੀਤੀਆਂ। ਕਿਉਂਕਿ ਤਰਲੋਕੀ ਦਾ ਮਾਲਕ ਦੀ ਸ਼ਰਨ ਹੀ ਐਸੀ ਹੈ। ਉਹ ਦਿਆਲੂ ਕਿਰਪਾਲੂ ਹੀ ਐਸਾ, ਤੂੰ ਢਹਿ ਕੇ ਦਾਤੇ ਬਖਸ਼ਿਆ ਜਾਵੇਂਗਾ। ਪਾਤਸ਼ਾਹ ਫਰਮਾਉਂਦੇ ਨੇ ਉਸ ਪਰਮੇਸ਼ਰ ਦਾ ਭਾਈ ਨਾਮ ਜਪੀਏ ਜੋ ਐਸਾ ਦਾਤਾ ਦਿਆਲੂ ਕਿਰਪਾਲੂ ਜਿਸ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਈਂਦਾ, ਤਿਸ ਦਾ ਬੁਰਾ ਕਿਉਂ ਹੋਏ। ਉਹ ਸਭਨਾਂ ਦਾ ਭਲਾ ਕਾਰਨ ਕਿਉਂ ਮਨਾਉਂਦਾ? ਕਿਉਂਕਿ ਸਾਜਿਆ ਸਭਨਾਂ ਨੂੰ ਉਸ ਮਾਲਕ ਵਾਹਿਗੁਰੂ ਨੇ ਆਪ ਹੈ, ਕਿਸੇ ਦੂਜੇ ਨੇ ਨਹੀਂ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਜਣ ਵਾਲਾ ਵੀ ਆਪ, ਫਿਰ ਬਖਸ਼ੀਸ਼ਾਂ ਕਰਨ ਵਾਲਾ ਵੀ ਆਪ ਹੈ, ਕੋਈ ਦੂਜਾ ਨਹੀਂ। ਉਸ ਦਾਤੇ ਦਾ ਨਾਮ ਜਪੀ, ਉਸਦੀ ਯਾਦ ਚਿੰਤਨ ਵਿੱਚ ਜੁੜੀਏ।
ਅੰਮ੍ਰਿਤ ਵੇਲਾ ਸੰਭਾਲੀਏ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਗੁਰ ਸਤ ਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਤੂੰ ਗੁਰੂ ਦਾ ਸਿੱਖ ਕਹਿਲਾਉਂਦਾ ਹੈ, ਅੰਮ੍ਰਿਤ ਵੇਲਾ ਸੰਭਾਲ। ਸੱਚੇ ਦੀ ਯਾਦ ਚਿੰਤਨ ਵਿੱਚ ਜੁੜ, ਫਿਰ ਬਖਸ਼ੀਸ਼ਾਂ ਹੀ ਬਖਸ਼ੀਸ਼ਾਂ ਨੇ। ਹਰ ਹਟ ਵੀ ਤੂੰ ਤੂੰ ਕਰੇ, ਬੋਲੈ ਭਲੀ ਬਾਣ। ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪੁਕਾਰ। ਕੋਈ ਪੁਰਸ਼ ਹਰ ਹਟ ਵਗਦੇ ਪਾਸ ਉੱਚਾ ਬੋਲ ਕੇ ਨਾਮ ਜਪਦਾ ਸੀ। ਹਰ ਹਟ ਦੇ ਵਗਦੇ ਪਾਸ ਉੱਚਾ ਬੋਲ ਬੋਲ ਕੇ ਜਪ ਰਿਹਾ ਸੀ ਪਰਮੇਸ਼ਰ ਦਾ ਨਾਮ। ਉਦੋਂ ਪਾਤਸ਼ਾਹ ਨੇ ਸੁਣਿਆ, ਗੁਰਦੇਵ ਸਤਿਗੁਰਾਂ ਨੇ ਫਿਰ ਬਾਣੀ ਉਚਾਰ ਦਿੱਤੀ। ਹਰ ਹਟ ਵੀ ਤੂੰ ਤੂੰ ਕਰੇ, ਬੋਲੈ ਭਲੀ ਬਾਣ। ਹੇ ਹਰ ਹਟ, ਜਦ ਤੂੰ ਹੀ ਕਰਕੇ ਭਲੀ ਬਾਣੀ ਬੋਲਦਾ ਹੈ। ਅਰਬ ਸਾਹਿਬ ਤੋਂ ਸਦਾ ਤੇਰੇ ਹਾਜ਼ਰਾ ਹਜੂਰ ਹੈ। ਕਿਸ ਵਾਸਤੇ ਉੱਚੀਆਂ ਔਕਾਰਾਂ ਕਰਦਾ, ਕਿਸ ਵਾਸਤੇ? ਉਹ ਤਾਂ ਤੇਰੇ ਨੇੜੇ ਹੈ, ਕਿਤੇ ਦੂਰ ਨਹੀਂ। ਜਿਨ ਜਗ ਤਿਉ ਪਾਏ ਹਰ ਰੰਗ ਕੀਆ, ਤਿਸੈ ਬਿਟਹੁ ਕੁਰਬਾਨ। ਆਪ ਛੋਡੇ ਤਾਂ ਸੋ ਮਿਲੈ, ਸੱਚਾ ਇਹੋ ਵਿਚਾਰ। ਜਿਸ ਪਰਮੇਸ਼ਰ ਨੇ ਜਗਤ ਨੂੰ ਸਾਜਿਆ, ਸੁੰਦਰ ਜਗਤ ਦੀ ਰਚਨਾ ਕੀਤੀ, ਹਰ ਇੱਕ ਰੰਗਾਂ ਦਾ ਸਮੁਦਾਇ ਕੀਤਾ ਉਸ ਵਾਹਿਗੁਰੂ ਪਰਮਾਤਮਾ ਨੇ, ਹਰ ਇੱਕ ਰੰਗਾਂ ਦਾ। ਤੇ ਤੋਂ ਕੁਰਬਾਨ ਹੋਈਏ, ਆਪਣੇ ਆਪ ਹੰਕਾਰ ਨੂੰ ਛੱਡ ਦਈਏ, ਹੰਕਾਰ ਨਾ ਕਰੀਏ। ਹਰ ਜੋ ਹੰਕਾਰ ਨਾ ਭਾਵੇ, ਮੇਰੇ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਸੋ ਵਾਹਿਗੁਰੂ ਪਤੀ ਤੈਨੂੰ ਮਿਲੇ, ਸੱਚਾ ਤਾਂ ਇਹੀ ਵਿਚਾਰ ਹੈ। ਪਾਤਸ਼ਾਹ ਫਰਮਾਉਂਦੇ ਨੇ, ਹੋ ਮੈਂ ਫਿੱਕਾ ਬੋਲਣਾ, ਬੁੱਝ ਨਾ ਸਕਾਂ ਕਾਰ। ਵਣ ਤ੍ਰੈਣ ਤ੍ਰੈ ਭਵਨ ਤੁਝੈ ਧਿਆਏਂਦਾ, ਅਨ ਦਿਨ ਸਦਾ ਵਿਹਾਨ। ਹਉਮੈ ਕਰਕੇ ਜੋ ਬਿਨ ਰਸ ਬੋਲਣਾ, ਜੋ ਹੰਕਾਰ ਖੌਮੇ ਵਿੱਚ ਵਿਚਰਦੇ ਨਹੀਂ, ਉਹਨਾਂ ਦਾ ਰਸ ਤੋਂ ਬਿਨਾਂ ਬੋਲਣਾ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਬੋਲ ਫਿੱਕਾ ਹੈ, ਕੌੜੇ ਬਚਨ ਖੋਟੇ ਬਚਨ ਬੋਲੇ, ਮਾਨੋ ਤਨ ਤੇ ਮਨ ਉਸਦਾ ਫਿੱਕਾ ਹੈ, ਜੁੜਿਆ ਨਹੀਂ। ਰੰਗ ਹੀ ਨਹੀਂ ਲੱਗਿਆ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਪਰ ਮਨ ਜੁੜਿਆ ਨਾ, ਸਨਿਗਧ ਨਾ ਹੋਇਆ, ਰਸ ਵਿੱਚ ਭਿੱਜਿਆ ਨਾ। ਬਿਨ ਰਸ ਬੋਲਣਾ ਕਿ ਭਗਤੀ ਦੀ ਕਾਲ ਨੂੰ ਸਮਝ ਨਹੀਂ ਸਕੀਦਾ। ਹਉਮੈ ਵਿੱਚ ਅਸੀਂ ਤਾਂ ਪਾਤਸ਼ਾਹ ਬਚਨ ਕਹਿੰਦੇ ਨੇ, ਬਾਣ ਤ੍ਰੈਣ ਤ੍ਰੈ ਭਵਨ ਤੁਝੈ ਧਿਆਏਂਦਾ, ਅਨ ਦਿਨ ਸਦਾ ਵਿਹਾਨ। ਹੀ ਮੇਰੇ ਵਾਹਿਗੁਰੂ, ਵਣ ਤ੍ਰੈਣ ਤਰਲੋਕੀ ਰੂਪ ਜਗਤ, ਵੱਡੇ ਤੇ ਛੋਟੇ, ਤਿਸੀ ਵਾਹਿਗੁਰੂ ਨੂੰ ਧਿਆਉਂਦੇ ਨੇ ਭਾਈ, ਸਭ ਜਪਦੇ ਨੇ। ਇਸ ਤਰ੍ਹਾਂ ਦਿਨ ਰਾਤ ਸਮਾਂ ਬਤੀਤ ਕਰਦੇ ਨੇ, ਗੁਣ ਗਾਉਂਦੇ ਨੇ ਗੁਰੂ ਨਾਨਕ ਮੇਰੇ ਵਾਹਿਗੁਰੂ। ਬਿਨ ਸਤਿਗੁਰ ਕਿਨੈ ਨਾ ਪਾਇਆ, ਕਰ ਕਰ ਥਕੇ ਵਿਚਾਰ। ਪਾਤਸ਼ਾਹ ਫਰਮਾਉਂਦੇ ਨੇ, ਬਿਨ ਸਤਿਗੁਰ ਕਿਨੇ ਨਾ ਪਾਇਆ, ਕਰ ਕਰ ਥਕੇ ਵਿਚਾਰ। ਬਿਨਾਂ ਸਮਰੱਥ ਗੁਰੂ ਤੋਂ ਭਾਈ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ ਵਾਹਿਗੁਰੂ ਦੀ। ਸਭ ਵਿਚਾਰ ਕਰਕੇ ਥੱਕ ਗਏ, ਹਾਰ ਗਏ, ਗੁਰੂ ਪੀਰ ਤੋਂ ਬਿਨਾਂ ਬਖਸ਼ਿਸ਼ਾਂ ਨਹੀਂ ਮਿਲਦੀਆਂ।
ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ। ਨਾਨਕ ਗੁਰਮੁਖ ਜਿਨੀ ਤੇ ਆਇਆ ਆਏ ਸੇ ਪਰਵਾਨ। ਜਿਨ੍ਹਾਂ ਪਰ ਵਾਹਿਗੁਰੂ ਆਪਣੀ ਕਿਰਪਾ ਬਖਸ਼ਿਸ਼ ਕਰਦਾ ਹੈ ਤਿਨਾਂ ਨੂੰ ਆਪੇ ਹੀ ਭਾਈ ਸਵਾਰ ਲੈਂਦਾ ਹੈ। ਔਰ ਗੁਰੂ ਦੁਆਰੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਆਇਆ ਸੋ ਇਸ ਸੰਸਾਰ ਵਿੱਚ ਆਏ ਸਫਲ ਹੋ ਗਏ, ਦਰਗਾਹ ਵਿੱਚ ਮੰਨੇ ਗਏ। ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ। ਪਾਤਸ਼ਾਹ ਫਰਮਾਉਂਦੇ ਨੇ ਭਗਵੇਂ ਕੱਪੜੇ ਪਾ ਲਏ, ਭਗਵੇਂ ਕੱਪੜੇ ਪਹਿਰਿਆਂ ਜੋਗ ਨਹੀਂ ਪ੍ਰਾਪਤ ਹੁੰਦਾ। ਤਾਂ ਨਾ ਮੈਲੇ ਵੇਸ ਕਰਕੇ ਜੋਗ ਮਿਲਦਾ ਕਿ ਮੈਲੇ ਕੱਪੜੇ ਪਾ ਲਈਏ ਫਿਰ ਵੀ ਨਹੀਂ ਮਿਲੇਗਾ। ਗੁਰੂ ਦੇ ਉਪਦੇਸ਼ ਕਰਕੇ ਘਰ ਬੈਠਿਆਂ ਕੀ ਜੋਗ ਪਾ ਲਈਦਾ। ਗੁਰੂ ਉਪਦੇਸ਼ੀ ਗੁਰਮਤੀਏ ਪਾਉਂਦੇ ਨੇ। ਨਾਨਕ ਘਰ ਬੈਠਿਆਂ ਜੋਗ ਪਾਈ ਹੈ। ਪਾਤਸ਼ਾਹ ਫਰਮਾਉਂਦੇ ਨੇ ਘਰ ਬੈਠਿਆਂ ਸਤਿਗੁਰ ਕੈ ਉਪਦੇਸ਼। ਕਿਉਂਕਿ ਗੁਰੂ ਵਾਲਾ ਬਣੇ, ਗੁਰੂ ਉਪਦੇਸ਼ੀ ਗੁਰਮਤੀਆ ਬਣ ਜਾਵੇਂ, ਘਰ ਬੈਠਿਆਂ ਹੀ ਜੋਗ ਪਾ ਲਵੇਂਗਾ। ਚਾਰੇ ਕੁੰਡਾਂ ਜੇ ਭਵੇਂ ਵੇਦ ਪੜ੍ਹੇ ਜੁਗ ਚਾਰ। ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੋਖ ਦੁਆਰ। ਭਾਈ ਚਾਰੋਂ ਦਿਸ਼ਾ ਵਿੱਚ ਜਾ ਕੇ ਫਿਰੇ, ਅਨੇਕ ਤੀਰਥਾਂ 'ਤੇ ਜਾ ਕੇ ਰਹੇ ਵੀ, ਇਸ਼ਨਾਨ ਕਰੇ ਆਦਿ। ਚਾਰੇ ਵੇਦਾਂ ਦਾ ਪਾਠ ਚਾਰੇ ਯੁੱਗਾਂ ਵਿੱਚ ਤੂੰ ਕਰਦਾ ਰਹੇ। ਚਾਰੇ ਵੇਦਾਂ ਦਾ ਪਾਠ, ਚਾਰ ਵੇਦ ਚਾਰ ਯੁੱਗਾਂ ਦੇ ਨੇ, ਚਾਰ ਯੁੱਗਾਂ ਵਿੱਚ ਕਰਦਾ ਰਹੇ ਤਾਂ ਵੀ ਮੋਖ ਨਹੀਂ ਹੋਵੇਗੀ। ਪਾਤਸ਼ਾਹ ਫਰਮਾਉਂਦੇ ਨੇ ਫਿਰ ਵੀ ਤੇਰੀ ਮੁਕਤੀ ਨਹੀਂ। ਜਬ ਸੱਚੇ ਸਤਿਗੁਰੂ ਮਿਲਣ, ਕਿਉਂਕਿ ਗੁਰੂ ਤੋਂ ਬਿਨਾਂ ਗਤੀ ਨਹੀਂ ਹੁੰਦੀ। ਤਿੰਨਾਂ ਦੀ ਕਿਰਪਾ ਬਖਸ਼ਿਸ਼ ਤੇ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਵਸੇ ਤਾਂ ਮੋਖ ਦਾ ਦੁਆਰਾ ਤੂੰ ਗਿਆਨ ਪਾ ਲਵੇਂਗਾ। ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿਤ। ਮਨ ਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੇ ਮਿਤ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰਹਿ ਚਲ ਚਿਤ। ਹੇ ਭਾਈ ਤਿਸ ਖਸਮ ਦਾ ਹੁਕਮ ਹੀ ਸਭ ਵਰਤ ਰਿਹਾ ਹੈ। ਜਿਸ ਮਨਮੁਖ ਦੀ ਮਤ ਪਰਮੇਸ਼ਰ ਦੀ ਤਰਫ ਤੋਂ ਮੁੜ ਗਈ, ਭਾਵ ਬੇਮੁਖ ਹੋ ਗਿਆ ਵਾਹਿਗੁਰੂ ਤੋਂ, ਸੋ ਚੰਚਲ ਚਿੱਤ ਹੋਇਆ ਉਸ ਮਨੁੱਖ ਦਾ ਸੰਸਾਰ ਵਿੱਚ ਫਿਰਦਾ ਹੈ। ਐਸੇ ਮਨਮੁਖਾਂ ਦੇ ਸਾਥ ਦੋਸਤੀ ਕਰਕੇ ਕਿ ਮਿੱਤਰਾ ਸੁੱਖ ਨੂੰ ਤੂੰ ਕੀ ਪੁੱਛਦਾ ਹੈ, ਭਾਵ ਕਿ ਸੁੱਖ ਮਿਲੇਗਾ ਤੈਨੂੰ। ਸੁੱਖ ਕੇ ਪੁੱਛੈ ਮਿੱਤ, ਇਹ ਮਿੱਤਰਾ ਫਿਰ ਸੁੱਖ ਕੀ ਪੁੱਛਦਾ ਹੈ। ਸੰਗਤ ਖੋਟਿਆਂ ਪੁਰਸ਼ਾਂ ਦੀ ਹੈ, ਮਨਮੁਖਾਂ ਦੀ ਹੈ ਜੋ ਗੁਰੂ ਤੋਂ ਬੇਮੁਖ ਨੇ, ਦੂਜੇ ਭਾਵ ਦੇ ਕਰਮਾਂ ਵਿੱਚ ਲੱਗੇ ਹੋਏ। ਮਨਮੁਖਾਂ ਦੇ ਮਿਲਾਪ 'ਤੇ ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਨਹੀਂ ਹੋਵੇਗਾ ਸੁੱਖ। ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿਤ। ਜਮਨ ਮਰਨ ਕਾ ਮੂਲ ਕਟੀਐ ਤਾਂ ਸੁਖ ਹੋਵੀ ਮਿਤ। ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਗੁਰਮੁਖ ਗੁਰੂ ਨੂੰ ਮੁੱਖ ਰੱਖਣ ਵਾਲੇ ਗੁਰ ਸ਼ਬਦੀ ਗੁਰਮਤੀਏ, ਉਹਨਾਂ ਨਾਲ ਜੇ ਤੂੰ ਦੋਸਤੀ ਕਰ ਲਵੇਂ ਤੇ ਸਤਿਗੁਰੂ ਦੇ ਚਰਨਾਂ ਦੇ ਸਾਥ ਚਿੱਤ ਲਾਵੇਂ ਆਪਣਾ ਗੁਰ ਸ਼ਬਦੀ ਗੁਰਮਤੀਆ ਬਣ ਕੇ, ਤੇ ਸਤਿਗੁਰੂ ਦੀ ਕਿਰਪਾ ਤੇ ਜਬ ਜਨਮ ਮਰਨ ਦਾ ਮੂਲ ਕੀ ਹੈ? ਅਗਿਆਨ, ਅਵਿਦਿਆ। ਇਹ ਮੂਲ ਅਗਿਆਨ ਹੈ ਜੰਮਣ ਤੇ ਮਰਨ ਦਾ।
ਤੀਲਾ ਕਟਿਆ ਜਾਵੇ। ਕਿ ਮਿੱਤਰਾ ਤਬ ਤੈਨੂੰ ਸੁੱਖ ਮਿਲੇਗਾ, ਦੁੱਖ ਵੀ ਤੇਰੇ ਸੁੱਖਾਂ ਵਿੱਚ ਬਦਲ ਜਾਣਗੇ। ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ, ਨਾਨਕ ਨਦਰੀ ਬਾਰੀ ਕਰਨ ਭਲਾ ਕਰੇ। ਪਾਤਸ਼ਾਹ ਫਰਮਾਉਂਦੇ ਨੇ, ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ ਕਰਨ ਭਲਾ ਕਰੇ। ਜਿਨ੍ਹਾਂ ਪਰ ਆਪਣੀ ਕਿਰਪਾ ਦ੍ਰਿਸ਼ਟੀ ਕਰੇਗਾ ਮੇਰਾ ਵਾਹਿਗੁਰੂ, ਮੇਰਾ ਗੁਰੂ ਨਾਨਕ, ਸੋ ਵਾਹਿਗੁਰੂ ਤੈਨੂੰ ਭੁੱਲਿਆ ਹੋਇਆ ਪੁਰਸ਼ਾਂ ਨੂੰ ਆਪ ਸਮਝਾ ਲਵੇਗਾ। ਸਮਝਾਉਂਦਾ ਕਿਉਂਕਿ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤੇ ਮਿਹਰ ਦੀ ਨਜ਼ਰ ਕਰਦਾ, ਸਮਝਾਉਂਦਾ ਹੈ, ਗੜ ਨਾਲ ਵੀ ਲਾਉਂਦਾ ਹੈ। ਤੇ ਸੋ ਵਾਹਿਗੁਰੂ ਦੀ ਕਿਰਪਾ ਤੇ ਬਖਸ਼ਿਸ਼ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਇਹ ਜੀਵ ਉੱਚਾ ਰੋ ਕੇ ਅਨੇਕ ਵਰਲਾਭ ਵੀ ਕਰੇ, ਕਿਰਪਾ ਤੋਂ ਬਿਨਾਂ ਰੋਵੇ ਕੁਰਲਾਵੇ ਤਾਂ ਵੀ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ। ਭਾਵੇਂ ਕਿ ਤੇਰੀ ਕਿਰਪਾ ਹੀ ਸੁੱਖ ਪ੍ਰਾਪਤ ਹੁੰਦਾ, ਕਿਰਪਾ ਤੋਂ ਬਿਨਾਂ। ਇਹ ਕਿਰਪਾ ਹੀ ਸਤਿਗੁਰੂ ਤੋਂ ਮੰਗਣੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣਨਾ ਵਿਚਾਰ ਹੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤੀ। ਸਲੋਕ ਮਹਲਾ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਬੜ ਭਾਗੀਆਂ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ। ਅੰਤਰ ਜੋਤ ਪ੍ਰਗਾਸੀਆਂ, ਨਾਨਕ ਨਾਮ ਸਮਾਏ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ, ਵੱਡ ਭਾਗੀਆਂ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ। ਜਿਨ੍ਹਾਂ ਨੂੰ ਗੁਰੂ ਦੁਆਰੇ ਭਾਈ ਹਰੀ ਸਮਰੱਥ ਦਾ, ਜੋ ਸਰਬਦਾ ਰਾਜਾ ਹੈ, ਆਪ ਜਗਤ ਦਾ ਸਿਰਜਣਹਾਰ ਮਿਲਿਆ ਗੁਰੂ ਦੇ ਜਰੀਏ। ਸੋ ਸੁਹਾਗਣੀਆਂ ਵੱਡਿਆਂ ਭਾਗਾਂ ਵਾਲੀਆਂ ਨੇ, ਇਹਨਾਂ ਦੇ ਅੰਦਰ ਗਿਆਨ ਦੀ ਜੋਤ ਦਾ ਪ੍ਰਕਾਸ਼ ਹੈ। ਸੋਈ ਤੇ ਸੋ ਵਾਹਿਗੁਰੂ ਵਿੱਚ ਸਮਾ ਕੇ ਇੱਕ ਹੋ ਗਏ। ਵਾਹੋ ਵਾਹੋ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ। ਜਿਤ ਮਿਲਿਆ ਤਿਖ ਉਤਰੈ, ਤਨ ਮਨ ਸੀਤਲ ਹੋਏ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਸਤ ਸਰੂਪ ਨੂੰ ਜਾਣ ਲਿਆ, ਸੋ ਸਤਿਗੁਰੂ ਪੁਰਖ ਮਨ ਬਾਣੀ ਕਰਕੇ ਭਾਈ ਧਨ ਨੇ, ਧਨਤਾ ਯੋਗ ਨੇ। ਐਸੇ ਸਮਰੱਥ ਗੁਰੂ ਜਿਨ੍ਹਾਂ ਦੀ ਬਖਸ਼ਿਸ਼ ਹੋਈ। ਵਾਹੋ ਵਾਹੋ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ। ਜਿਤ ਮਿਲਿਆ ਤਿਖ ਉਤਰੈ, ਤਨ ਮਨ ਸੀਤਲ ਹੋਏ। ਜਿਨ੍ਹਾਂ ਦੀ ਸੰਗਤ ਕਰੇ ਆ, ਜਿਨ੍ਹਾਂ ਦੇ ਚਰਨਾਂ ਵਿੱਚ ਆਏ ਆ, ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦਾ ਭਾਈ ਅਭਾਵ ਹੋ ਜਾਂਦਾ ਹੈ। ਤਨ ਤੇ ਮਨ ਆਪਣਾ ਸੀਤਲ ਹੋ ਜਾਂਦਾ ਹੈ। ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ, ਜਿਸਨੋ ਸਮਤ ਸਭ ਕੋਏ। ਪਾਤਸ਼ਾਹ ਫਰਮਾਉਂਦੇ ਨੇ, ਤੇ ਸਤਿਗੁਰੂ ਸਤਿਪੁਰਖ ਨੂੰ ਧੰਨ ਧੰਨ ਹੈ, ਜਿਨ੍ਹਾਂ ਨੂੰ ਸਭ ਕੋਈ ਸਮ ਹੀ ਦ੍ਰਿਸ਼ਟੀ ਆਉਂਦਾ ਹੈ। ਵਾਹੋ ਵਾਹੋ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ। ਜਿਸ ਨੂੰ ਨਿੰਦਾ ਉਸਤਤੀ ਤੁਲ ਹੋਈ ਹੈ, ਤੇ ਸਤਿਗੁਰੂ ਨਿਰਵੈਰ ਨੂੰ ਵਾਹੋ ਵਾਹੋ ਹੈ। ਵਾਹੋ ਵਾਹੋ ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ।
ਤੇ ਸਤਿਗੁਰੂ ਸੁਝਾਣ ਨੂੰ ਵਾਹੋ ਵਾਹੋ ਹੈ। ਧਨ ਹੈ ਉਹ ਸਤਿਗੁਰੂ ਦੇ ਅੰਦਰ ਬ੍ਰਹਮ ਦਾ ਵਿਚਾਰ ਹੈ। ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨ ਪਾਰਾਵਾਰ। ਜਿਨ੍ਹਾਂ ਦਾ ਅੰਤ ਪਾਰਾਵਾਰ ਹੀ ਨਹੀਂ, ਤੇ ਸਤਿਗੁਰੂ ਨਿਰੰਕਾਰ ਰੂਪ ਵਾਹੋ ਵਾਹੋ ਹੈ। ਵਾਹੋ ਵਾਹੋ ਸਤਿਗੁਰੂ ਹੈ, ਜੇ ਸੱਚ ਦ੍ਰਿੜਾਏ ਸੋਏ। ਜੋ ਸਤਿਗੁਰੂ ਸੱਚ ਸਰੂਪ ਨੂੰ ਦ੍ਰਿੜਾਉਂਦੇ ਨੇ, ਭਾਵ ਗੁਰੂ ਨਾਲ ਜੋੜਦੇ ਨੇ, ਆਪ ਜੁੜੇ ਨੇ, ਜੋੜਦੇ ਨੇ, ਇਹ ਸਤਿਗੁਰੂ ਨੂੰ ਵਾਹੋ ਵਾਹੋ। ਨਾਨਕ ਸਤਿਗੁਰ ਵਾਹੋ ਵਾਹੋ, ਜਿਸ ਤੇ ਨਾਮ ਪ੍ਰਾਪਤ ਹੋਏ। ਤੇ ਸਤਿਗੁਰੂ ਨੂੰ ਵਾਹੋ ਵਾਹੋ, ਜਿਨ੍ਹਾਂ ਤੋਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹਰਿ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ। ਸੋ ਪਰਿਪੂਰਨ ਪਰਮਾਤਮਾ ਪ੍ਰਭੂ ਗੋਬਿੰਦ ਦੇ ਨਾਮ ਨੂੰ ਜਪ ਕੇ ਗੁਰਮੁਖਾਂ ਨੂੰ ਸੱਚਾ ਜਸ ਪ੍ਰਾਪਤ ਹੁੰਦਾ ਹੋਇਆ। ਜਿਨ੍ਹਾਂ ਨੇ ਨਾਮ ਜਪਿਆ, ਗੁਣ ਗਾਏ ਗੁਰੂ ਨਾਨਕ ਦੇ। ਆਨੰਦ ਨਾਮ ਸਲਾਹਣਾ, ਹਰਿ ਜਪਿਆ ਮਨ ਆਨੰਦ। ਪਰਮੇਸ਼ਰ ਦੇ ਨਾਮ ਨੂੰ ਨਿਰੰਤਰ ਜਪਣਾ, ਦਿਨ ਤੇ ਰਾਤ ਜੁੜੇ ਰਹਿਣਾ। ਪਰਮੇਸ਼ਰ ਦੇ ਜਸ ਨੂੰ ਸਲਾਹਣਾ ਕੀਤਾ, ਇਹ ਤੇ ਤਿੰਨਾਂ ਦੇ ਮਨ ਵਿੱਚ ਆਨੰਦ ਭਇਆ। ਬੜ ਭਾਗੀ ਹਰਿ ਪਾਇਆ, ਪੂਰਨ ਪਰਮਾਨੰਦ। ਤਿੰਨ ਵੱਡ ਭਾਗੀਆਂ ਨੇ, ਵੱਡਿਆਂ ਭਾਗਾਂ ਵਾਲਿਆਂ ਨੇ ਭਾਈ ਗੁਰੂ ਦੀ ਸੰਗਤ ਕਰਕੇ ਗੁਰੂ ਵਾਲੇ ਬਣ ਕੇ ਇਹ ਸਤਿਗੁਰਾਂ ਦਾ ਉਪਦੇਸ਼ ਸੰਦੇਸ਼ ਤੇ ਭਾਈ ਖੰਡੇ ਵਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਨਿਗੁਰੇ ਕੀ ਗਤ ਨਾਹੀਂ, ਨਿਗੁਰੇ ਦੀ ਗਤੀ ਨਹੀਂ ਹੁੰਦੀ। ਗੁਰੂ ਦੁਆਰੇ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਪਾਇਆ, ਵੱਡਿਆਂ ਭਾਗਾਂ ਵਾਲਿਆਂ ਕਿ ਉਹ ਪਰਮਾਨੰਦ ਕਰਕੇ ਪੂਰਨ ਹੋ ਗਏ। ਜਨ ਨਾਨਕ ਨਾਮ ਸਲਾਹਿਆ, ਬੋੜ ਨਾ ਮਨ ਤਨ ਭੰਗ। ਪਾਤਸ਼ਾਹ ਫਰਮਾਉਂਦੇ ਨੇ, ਜਿਨ ਜਨਾਂ ਨੇ ਨਾਮ ਨੂੰ ਜਪ ਕੇ ਵਾਹਿਗੁਰੂ ਦੀ ਯਾਦ ਚਿੰਤਨ ਵਿੱਚ ਜੁੜ ਕੇ ਪਰਮੇਸ਼ਰ ਦੇ ਗੁਣ ਗਾਏ, ਸਿਫਤ ਕੀਤੀ ਵਾਹਿਗੁਰੂ ਦੀ, ਤਿਨਾਂ ਨੂੰ ਮਨ ਤੇ ਤਨ ਕਰਕੇ ਕੋਈ ਵਿਘਨ ਨਹੀਂ ਹੁੰਦਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਕੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁੱਖ ਘਰ ਆਇਆ। ਘਰ ਵਿੱਚ ਸੁੱਖ ਆ ਜਾਂਦਾ। ਸਭ ਦੁੱਖਾਂ ਦਾ ਨਾਸ਼, ਸੁੱਖਾਂ ਦਾ ਪ੍ਰਕਾਸ਼ ਉਸ ਘਰ ਵਿੱਚ, ਜਿਸ ਘਰ ਵਿੱਚ ਜਪਿਆ ਜਾਂਦਾ ਪਰਮੇਸ਼ਰ ਦਾ ਨਾਮ। ਵਾਹਿਗੁਰੂ ਦੀ ਬੰਦਗੀ, ਸਾਧੂ ਦੀ ਟਹਿ, ਹਰੀ ਦਾ ਪੂਜਨ, ਫਿਰ ਸੁੱਖਾਂ ਦਾ ਵਾਸਾ, ਦੁੱਖਾਂ ਦਾ ਨਾਸ਼। ਕਿਉਂਕਿ ਉਹ ਪਰਮੇਸ਼ਰ ਦੀ ਕਾਰ ਵਿੱਚ ਆ ਗਏ। ਜੋ ਜਪਦੇ ਨੇ, ਅਰਾਧਦੇ ਨੇ, ਜੋ ਸਤਿਗੁਰਾਂ ਦੇ ਪਾਵਨ ਬਚਨ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਤੀ ਵਾਓ ਨਾ ਲੱਗ ਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਤਾਤੀ ਵਾਹ ਵੀ ਨਹੀਂ ਲੱਗਦੀ, ਕਿਉਂਕਿ ਸ਼ਰਨ ਉਸ ਦਾਤੇ ਤਰਲੋਕੀ ਦੇ ਮਾਲਕ ਗੁਰੂ ਨਾਨਕ ਦੀ ਲਈ ਹੈ। ਜਪਦੇ ਨੇ ਨਾਮ ਨੂੰ, ਉਸਦੀ ਕਾਰ ਦੇ ਵਿੱਚ ਨੇ, ਤੇ ਦੁੱਖਾਂ ਦਾ ਨਾਲ ਸੁੱਖਾਂ ਦਾ ਪ੍ਰਕਾਸ਼ ਰਹਿੰਦਾ ਹੈ। ਮੋਹ ਪਿਰੀਆ ਸੋਨੇ ਹੋ, ਕਿਉਂ ਸੱਜਣ ਮਿਲੈ ਪਿਆਰਿਆ। ਇਹ ਭਾਈ ਪਿਆਰੇ, ਮੇਰਾ ਤਾਂ ਤਿਸ ਹਰੀ ਪਤੀ ਦੇ ਸਾਥ ਬੜਾ ਪ੍ਰੇਮ ਹੈ, ਨੇਹੋ ਇਸ ਮੇਰੇ ਪਤੀ ਨੂੰ ਮਿਲਾਵਣ ਹਾਰੇ ਸਤਿਗੁਰੂ, ਮੇਰੇ ਪਿਆਰੇ ਸੱਜਣ ਕਿਸ ਪ੍ਰਕਾਰ ਮੈਨੂੰ ਮਿਲਣ। ਹੋ ਟੁੰਡੇਂਦੀ ਤੈਨ ਸੱਜਣ ਸੱਚ ਸਵਾਰਿਆ। ਜਿਨ੍ਹਾਂ ਨੇ ਸੱਚ ਨੂੰ ਪਾ ਕੇ, ਗੁਰੂ ਨਾਨਕ ਨੂੰ ਪਾ ਕੇ
ਜਨਮ ਸਵਾਰਿਆ ਮੈਂ ਤੈਨੂੰ ਸੰਤ ਜਨ ਸੱਜਣਾ ਨੂੰ ਖੋਜਦੀ ਹਾਂ, ਮੈਨੂੰ ਮਿਲ ਜਾਵਣ। ਉਹ ਰੱਬ ਦੇ ਪਿਆਰੇ ਜੁੜੇ ਹੋਏ, ਕਿਉਂਕਿ ਉਹਨਾਂ ਤੇ ਕੈਸੀਆਂ ਬਖਸ਼ੀਸ਼ਾਂ ਨੇ। ਜਨਮ ਨੂੰ ਸਵਾਰ ਲਿਆ, ਸੱਚ ਨੂੰ ਪਾਇਆ, ਮੇਰੇ ਬਾਬਾ ਜੀ ਨੇ ਗੁਰੂ ਨਾਨਕ ਨੂੰ ਪਾਇਆ, ਇੱਕ ਹੋ ਗਏ। ਐਸੇ ਸੰਤਾਂ ਦੀ ਪਾਤਸ਼ਾਹ ਐਸੇ ਸੰਤਾਂ ਪ੍ਰਤੀ ਇਹ ਬਚਨ ਕਹਿੰਦੇ ਨੇ, ਮੈਂ ਤਿੰਨ ਸੰਤ ਜਨ ਸੱਜਣਾ ਨੂੰ ਖੋਜਦੀ ਹਾਂ। ਸਤਿਗੁਰ ਮੈਂਡਾ ਮਿਤ ਹੈ, ਜੇ ਮਿਲੈ ਤਾਂ ਇਹੋ ਮਨ ਵਾਰਿਆ। ਸੋ ਸਤਿਗੁਰੂ ਮੇਰਾ ਪਰਮ ਮਿੱਤਰ ਰੂਪ ਹੈ। ਬਾਲ ਸਖਾਈ ਮਿੱਤਰ ਸਦਾਏ, ਉਹ ਬਾਲ ਸਖਾਈ ਮਾਤਾ ਦੇ ਗਰਭ ਵਿੱਚ ਵੀ ਐਸਾ ਮਿੱਤਰ ਮੇਰੀ ਰੱਖਿਆ ਕੀਤੀ। ਉਹ ਐਸਾ ਦਾਤਾ, ਐਸਾ ਮਿੱਤਰ ਹੈ। ਸਤਿਗੁਰ ਮੈਂਡਾ ਮਿੱਤ ਹੈ, ਜੇ ਮਿਲੈ ਤਾਂ ਇਹੋ ਮਨ ਵਾਰਿਆ। ਜੇਕਰ ਮੈਨੂੰ ਮਿਲੇ ਮੇਰਾ ਸਮਰੱਥ ਵਾਹਿਗੁਰੂ, ਤਾਂ ਵੀ ਮਨ ਤਨ ਸਰਬੰਸ ਤਿਸ ਤੋਂ ਵਾਰਨੀ ਕਰ ਦੇਵਾਂ, ਅਰਪਣ ਕਰ ਦੇਵਾਂ ਮਨ ਤਨ। ਦੇਨ ਦਾ ਮੂੰਹ ਪੇਰ ਦਸ ਖਰ ਸੱਜਣ ਸਿਰਜਣ ਹਾਰਿਆ। ਪਾਤਸ਼ਾਹ ਫਰਮਾਉਂਦੇ ਨੇ, ਤਬ ਉਹ ਸਤਿਗੁਰੂ ਸੱਜਣ ਮੈਨੂੰ ਸਰਬ ਦੇ ਸਿਰਜਣ ਹਾਰੇ। ਪਰਮਾਤਮਾ ਪਤੀ ਪਰਮੇਸ਼ਰ ਨੂੰ ਦੱਸ ਦਿੰਦਾ ਹੈ, ਨਾਨਕ ਹੋ ਪੇਰ ਭਾਲੀ ਆਪਣਾ, ਸਤਿਗੁਰ ਨਾਲ ਦਿਖਾ ਲਿਆ। ਜਿਸ ਹਰੀ ਪਤੀ ਨੂੰ ਮੈਂ ਖੋਜਦੀ ਫਿਰਦੀ ਸੀ ਕਿ ਮਿਲ ਪਵੇ ਮੈਨੂੰ ਤਰਲੋਕੀ ਦਾ ਮਾਲਕ ਵਾਹਿਗੁਰੂ ਨੂੰ, ਸਤਿਗੁਰਾਂ ਨੇ ਮੇਰੇ ਸਾਥ ਹੀ ਦਿਖਾ ਦਿੱਤਾ, ਬਖਸ਼ਿਸ਼ਾਂ ਕਰ ਦਿੱਤੀਆਂ। ਹੋ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵੇ। ਮੈਂ ਖੜੀ ਹੋ ਕੇ ਸਾਵਧਾਨ ਹੋ ਕੇ ਰਸਤਾ ਗਿਆਨ ਦੇਖਦੀ, ਮਤ ਮੇਰਾ ਸੱਜਣ ਕਿਤੇ ਆਮਦਾ ਹੋਵੇ। ਕੋਵਾਣ ਮਿਲਾਵੇ ਅੱਜ, ਮੈਂ ਫਿਰ ਮੇਲ ਮਿਲਾਵੇ। ਤੇ ਸਤਿਗੁਰੂ ਨੂੰ ਕੋਈ ਅੱਜ ਹੀ ਆ ਕੇ ਮਿਲਾ ਦਵੇ, ਕਿਉਂਕਿ ਜਨਮਾਂ ਦੇ ਵਿਛੜੇ ਹੋਏ ਖਾਂ। ਵੀ ਭਗਤ ਰਵਿਦਾਸ ਮਹਾਰਾਜ ਜੀ ਬਚਨ ਕਹਿੰਦੇ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਤੇਰੇ ਦੀਦਾਰ ਕਰੇ, ਜਨਮਾਂ ਦੇ ਵਿਛੜੇ ਹਾਂ ਮਿਲਾ ਲਵੋ। ਕੋ ਆਣ ਮਿਲਾਵੇ ਅੱਜ, ਮੈਂ ਫਿਰ ਮੇਲ ਮਿਲਾਵੇ। ਇਸ ਸਤਿਗੁਰੂ ਨੂੰ, ਸਮਰੱਥ ਮੇਰੇ ਮਾਲਕ ਪ੍ਰਭੂ ਨੂੰ ਕੋਈ ਅੱਜ ਹੀ ਆਣ ਕੇ ਮਿਲਾ ਦੇਵੇ। ਉਹ ਸਤਿਗੁਰੂ ਕੈਸੇ ਨੇ, ਜੋ ਪਤੀ ਦੇ ਮੇਲ ਨੂੰ ਮਿਲਾ ਦਿੰਦੇ ਨੇ, ਆਪ ਮਿਲੇ ਹੋਏ ਨੇ। ਹਰ ਜੀਓ ਕਰੀ ਤਿਸ ਵਿਟਹੁ ਚੌਖਨੀ ਹੈ, ਜੋ ਮੈਂ ਪਿਰੀ ਦਿਖਾਵੇ। ਜੋ ਮੈਨੂੰ ਪਰਮੇਸ਼ਰ ਪਤੀ ਨੂੰ ਦਿਖਾ ਦੇਵੇ, ਤੇ ਇਸ ਦੇ ਉੱਪਰੋਂ ਮੈਂ ਆਪਣਾ ਜੀ ਅੰਤਸ਼ਕਰਨ ਚਾਰ ਟੁਕੜੇ ਵਾਹਨੇ ਕਰਦਾ। ਮਨ ਕਰਕੇ ਮਨਨ ਕਰਾਂ, ਬੁੱਧੀ ਸੇ ਨਿਹਚੇ ਕਰਾਂ, ਚਿੱਤ ਕਰਕੇ ਚਿੰਤਨ ਕਰਾਂ, ਹੰਕਾਰ ਕਰਕੇ ਸੋਹਮ ਧਾਰਨ ਕਰਾਂ। ਨਾਨਕ ਹਰ ਹੋਏ ਦਇਆਲ, ਤਾਂ ਗੁਰ ਪੂਰਾ ਮਿਲਾਵੇ। ਜੇਕਰ ਆਪ ਮੇਰਾ ਵਾਹਿਗੁਰੂ ਗੁਰੂ ਨਾਨਕ ਦਿਆਲ ਹੋ ਜਾਵੇ, ਤਾਂ ਪੂਰੇ ਸਤਿਗੁਰੂ ਨੂੰ ਮਿਲਾ ਦਿੰਦਾ ਹੈ। ਅੰਤਰ ਜੋਰ ਹੋ ਮੈਂ ਤਨ, ਮਾਇਆ ਕੂੜੀ ਆਵੈ ਜਾਏ। ਇਹ ਜੀਵ ਦੇ ਤਨ ਵਿੱਚ ਮਾਇਆ ਜਨ ਹੰਤਾ ਮਮਤਾ ਦਾ ਬੜਾ ਜੋਰ ਹੈ, ਬੜਾ ਬਲ ਹੈ। ਤੇ ਝੂਠੀ ਹੰਤਾ ਕਰਕੇ ਆਉਂਦਾ ਤੇ ਜਾਂਦਾ, ਜਨਮਦਾ ਮਰਦਾ ਰਹਿੰਦਾ। ਸਤਿਗੁਰ ਕਾ ਫੁਰਮਾਇਆ, ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ। ਸਤਿਗੁਰੂ ਦਾ ਫਰਮਾਇਆ ਹੋਇਆ ਹੁਕਮ
ਇਹ ਜੀਵ ਮੰਨ ਨਹੀਂ ਸਕਦਾ। ਤੇ ਮੰਨੇ ਬਿਨਾ ਇਹ ਕਠਿਨ ਸੰਸਾਰ ਤੋਂ ਤਰ ਨਹੀਂ ਸਕਦਾ। ਨਦਰ ਕਰੇ ਜਿਸ ਆਪਣੀ, ਸੋ ਚੱਲੈ ਸਤਿਗੁਰ ਪਾਏ। सतगुर का दर्शन सफल है, जो इच्छा सो फल पाए। जिस पर वाहिगुरु अपनी किरपा नदर करता, वो पुरुष सतगुरु के भाणे में चलता। सतगुरु का दर्शन सफल फलदाता, क्योंकि तिन्हां दे दर्शन ते जो मन में इच्छा होवे सो फल पाउंदा। जिनी सतगुर मन्निया हो तिन के लागो पाए। जिन्हां ने सतगुरु नूं मन्निया, सेविया, राधिया, तिन्हां दे असीं चरणी लगदे हां। पातशाह फरमाउंदे ने, नानक तां का दास है, जे अन दिन रहल बलाए। ਅਸੀਂ ਤਿੰਨਾਂ ਦੇ ਦਾਸ ਹਾਂ ਭਾਈ, ਜੋ ਨਿਰੰਤਰ ਪਰਮੇਸ਼ਰ ਵਿੱਚ ਬਿਰਤੀ ਲਾਈ ਰੱਖਦੇ ਨੇ। ਜਿੰਨਾ ਪਿਰੀ ਪਿਆਰ, ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਪਤੀ ਦਾ ਪ੍ਰੇਮ ਹੈ, ਤਿੰਨਾਂ ਦੇ ਦਰਸ਼ਨ ਬਿਨਾਂ ਕਿਵੇਂ ਤ੍ਰਿਪਤ ਹੋ ਜੀ। ਇਸ ਦੇ ਦਰਸ਼ਨ ਬਿਨਾਂ ਕੈਸੇ ਤ੍ਰਿਪਤ ਹੁੰਦੇ ਨੇ? ਤ੍ਰਿਪਤ ਨਹੀਂ ਹੁੰਦੇ, ਕਿਉਂਕਿ ਪ੍ਰੇਮ ਹੀ ਐਸਾ ਮੇਰੇ ਸਤਿਗੁਰੂ ਸਮਰੱਥ ਪ੍ਰਭੂ ਨਾਲ। ਨਾਨਕ ਮਿਲੇ ਸੁਭਾਏ, ਗੁਰਮੁਖ ਇਹੋ ਮਨ ਰਹਿਸੀਐ। ਉਹ ਪਤੀ ਦੇ ਪਿਆਰ ਵਾਲੇ ਗੁਰਮੁਖ ਸੁਭਾਵ ਕੀ ਗੁਰੂ ਦੁਆਰੇ ਪਤੀ ਨੂੰ ਮਿਲੇ ਨੇ। ਹਰ ਕੇ ਤਿਨਾਂ ਦੇ ਮਨ ਵਿੱਚ ਆਨੰਦ ਹੋਇਆ। जिना प्री प्यार क्यों जीवन पैरवार। जिन्हों तिस पति का प्रेम है, वो पति ते वार तिस ते बिना क्यों जिउंदे नहीं जिउंदे। जा सो देखन अपना, नानक थीवन पी हरे। जब वो अपने वाहे गुरु के दर्शन करते ने, देखते तकते ने मालक प्रभु नूं, अपना हरे आनंद हो जाते ने। जिन्ना गुरमुख अंदर ने हो, तै प्रीतम सच लाया। ये सच स्वरूप प्यारे, जिन्ना गुरमुखां दे हिरदे विच तुसां ने आप ही अपना प्रेम लाया। राती अतै डेहो नानक प्रेम समाया। तिन्हां दा मन राती दिन रांतर ही तेरे प्रेम विच समाया होया। गुरमुख सच्ची आशिकी, जित प्रीतम सच्चा पाई है। पातशाह बचन कहते ने गुरु रामदास महाराज जी, गुरमुखां दी सच्ची आशकी केड़ी है। दिल हो मुहब्बत जिन से सच्चे आ, वो दिलों याद करते ने प्रभु नूं, आराधदे ने प्रभु नूं। गुरमुख सच्ची आशकी, जित प्रीतम सच्चा पाई है। वो आशक ने सच्चे मेरे वाहे गुरु दे गुरमुख रब दे जन। वाहिगुरु विच गुरमुखां दी सच्ची आशकी है। अपना आप भेटा कर दिंदे ने कुर्बान, गुरु समरथ तो वाहिगुरु तो। जिस आशकी ते सच्चा प्रीतम मिलदा है। आनंद रहे आनंद, नानक सहज समाई है। शांत पद दे विच तिन्हां दी बिरती समाई, मन जुड़िया रहिंदा है। ते वो दिन रात आनंद विच रस विच रहिंदे ने। सच्चा प्रेम प्यार गुर पूरे ते पाई है। जो सच्चा वाहिगुरु मेरा गुरु नानक ते प्रेम विच प्यार करना भाई, ये कित्थों मिलेगा? ये समरथ गुरु तो मिलदा। गुरु ने सोझी देनी मिलाउणा है। कबो ना होवै भंग,
ਨਾਨਕ ਹਰਿ ਗੁਣ ਗਾਈਐ। ਤਿਨਾਂ ਨੂੰ ਕਦੇ ਵੀ ਵਿਘਨ ਨਹੀਂ ਹੁੰਦਾ ਜੋ ਪ੍ਰੇਮ ਕਰਕੇ ਗੁਰੂ ਨਾਨਕ ਦੇ ਗੁਣ ਗਾਉਂਦੇ ਨੇ ਭਾਈ। ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪਿਰੀਵੇ ਹੋਣਿਓ। ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਸੱਚਾ ਪ੍ਰੇਮ ਹੈ ਭਾਈ, ਆਪਣੇ ਪਤੀ ਤੋਂ ਬਿਨਾਂ, ਮੁਰਸ਼ਦ ਸਮਰੱਥ ਗੁਰੂ ਤੋਂ ਬਿਨਾਂ ਕਿਸ ਪ੍ਰਕਾਰ ਜਿਉਂਦੇ ਨੇ। ਗੁਰਮੁਖ ਮੇਲੇ ਆਪ ਨਾਨਕ ਚਿਰੀਵ ਸੁਨਿਓ। ਗੁਰੂ ਦੁਆਰੇ ਤਿੰਨ ਜਨਮਾਂ ਜਨਮਾਂਤਰਾਂ ਦੇ ਵਿਜੋਗੀਆਂ ਨੂੰ, ਰੰਗ ਕਾਲ ਦੇ ਵਿਛੜਿਆਂ ਹੋਇਆਂ ਨੂੰ ਆਪ ਹੀ ਵਾਹਿਗੁਰੂ ਆਪਣੇ ਸਰੂਪ ਵਿੱਚ ਮਿਲਾ ਲੈਂਦਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਾਸੀ, ਵਿਛੜਿਆਂ ਨੂੰ ਮਿਲਾਉਂਦਾ। ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ। ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਨੂੰ ਉਸਾਂ ਨੇ ਆਪਣੇ ਪ੍ਰੇਮ ਦਾ ਪਿਆਰ ਆਪ ਕਿਰਪਾ ਕਰਕੇ ਲਾਇਆ, ਕਿਉਂਕਿ ਪ੍ਰੇਮ ਵੀ ਮੇਰਾ ਵਾਹਿਗੁਰੂ ਆਪ ਬਖਸ਼ਦਾ ਹੈ ਤਾਂ ਮਿਲਦਾ। ਇਹੋ ਪ੍ਰੇਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਜੀ। ਇਹ ਪ੍ਰਭੂ ਨੇ ਬਖਸ਼ਣਾ ਹੈ। ਐਸਾ ਪ੍ਰੇਮ, ਐਸਾ ਦੇਹੋ ਆਪਣਾ ਆਪ ਭੇਟਾ ਹੋ ਜਾਂਦਾ ਹੈ ਸਮਰੱਥ ਪ੍ਰਭੂ ਦੇ ਅੱਗੇ ਕਿ ਮੇਰਾ ਤਾਂ ਕੁਝ ਵੀ ਨਹੀਂ, ਕਿਉਂ ਐਸਾ ਪ੍ਰੇਮ ਹੈ। ਨਾਨਕ ਲਿਓ ਮਲਾਏ ਮੈਂ ਜਾਚਕ ਦੀਜੈ ਨਾਮ ਹਰ। ਕਿ ਮੇਰੇ ਵਾਹਿਗੁਰੂ ਮੈਨੂੰ ਤਿਨਾਂ ਦੇ ਸਾਥ ਮਿਲਾ ਲੇਵੇਂ, ਤਿਨਾਂ ਦੁਆਰੇ ਮੈਂ ਜਾਜਕ ਤੇਰੇ ਦਰ ਦਾ ਮੰਗਤਾ, ਆਪਣਾ ਨਾਮ ਦੇ ਮੈਨੂੰ ਜਾਜਕ ਨੂੰ, ਉਹਨਾਂ ਦੇ ਦੁਆਰੇ ਨਾਮ ਬਖਸ਼, ਕਿਉਂਕਿ ਤੇਰਾ ਵਿਧਾਨ, ਤੇਰੀ ਮਰਿਆਦਾ ਹੈ। ਸਮਰੱਥ ਗੁਰੂ ਤੋਂ ਨਾਮ ਮਿਲਦਾ ਹੈ। ਗੁਰਮੁਖ ਹਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਪਾਤਸ਼ਾਹ ਫਰਮਾਉਂਦੇ ਨੇ ਸਵੈ ਸਰੂਪ ਦੇ ਆਨੰਦ ਨੂੰ ਪ੍ਰਾਪਤ ਕਰਕੇ ਭਾਈ ਗੁਰਮੁਖ ਬੜੇ ਪ੍ਰਸੰਨ ਹੁੰਦੇ। ਵਿਰਾਗ ਕਰਕੇ ਗੁਰਮੁਖ ਰੋਂਦੇ ਵੀ ਨਹੀਂ, ਰੁਦਨ ਕਰਦੇ। ਜੋ ਗੁਰਮੁਖ ਕਰਦੇ ਨੇ ਸੋਈ ਭਗਤੀ ਹੀ ਹੁੰਦੀ ਹੈ, ਉਹ ਵੀ ਭਗਤੀ ਹੀ ਹੈ ਉਹਨਾਂ ਦੀ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਹਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋ। ਭਾਵ ਕਿ ਸਰਬ ਕਰਮ ਤਿਨਾਂ ਦੇ ਭਗਤੀ ਸਹਿਤ ਹੁੰਦੇ ਨੇ ਗੁਰਮੁਖਾਂ ਦੇ ਸਾਰੇ ਕਰਮ, ਕਿਉਂਕਿ ਉਹਨਾਂ ਨੇ ਗੁਰੂ ਨੂੰ ਮੁੱਖ ਰੱਖਿਆ। ਗੁਰ ਸ਼ਬਦੀ ਗੁਰਮਤੀਏ ਨੇ, ਉਹ ਰੱਤੇ ਹੋਏ ਰੰਗ ਵਿੱਚ ਰੋਂਦੇ ਨੇ, ਚੁੱਪ ਕਰ ਜਾਂਦੇ ਨੇ, ਹੱਸਦੇ ਵੀ ਨੇ, ਕਿਉਂਕਿ ਦਰਗਾਹ ਵਿੱਚ ਉਹ ਮੰਨੇ ਗਏ ਨੇ, ਪ੍ਰਵਾਨ ਨੇ। ਸਬਲ ਹੈ ਉਹਨਾਂ ਦਾ ਰੋਣਾ ਤੇ ਖਸਣਾ, ਉਹ ਸਭ ਭਗਤੀ ਸਹਿਤ ਕਰਮ ਨੇ ਉਹਨਾਂ ਦੇ। ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਹੋਵੈ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ। ਜੋ ਭਾਈ ਪੁਰਸ਼ ਗੁਰੂ ਵਾਲਾ ਬਣੇ, ਗੁਰਮੁਖ ਕਿਸ ਨੂੰ ਕਹਿੰਦੇ ਨੇ? ਜੋ ਗੁਰੂ ਵਾਲਾ ਬਣਿਆ, ਗੁਰ ਸ਼ਬਦੀ ਗੁਰਮਤਿ, ਉਹ ਗੁਰਮੁਖ ਸਵੈ ਸਰੂਪ ਦਾ ਵਿਚਾਰ ਕਰਦਾ ਹੈ, ਵਿਚਾਰੀ ਹੈ। ਸਰਬ ਤੇ ਪਰਾ ਰੂਪ ਪਰਮੇਸ਼ਰ ਨੂੰ ਗੁਰਮੁਖ ਪਾ ਲੈਂਦੇ ਨੇ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ। ਪਾਤਸ਼ਾਹ ਫਰਮਾਉਂਦੇ ਨੇ ਭਾਈ ਪਿਆਰਿਓ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ। ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਹੈ, ਖਜ਼ਾਨਾ ਹੈ ਨਾਮ ਦਾ। ਪਰਮੇਸ਼ਰ ਦੇ ਘਰ ਵਿੱਚ ਨਾਮ ਦਾ ਖਜ਼ਾਨਾ ਹੈ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ।
ਉਹ ਭਾਈ ਸਦੀਵੀ ਹੀ ਦਿਨ ਤੇ ਰਾਤ ਗੁਰੂ ਦੀ ਬਾਣੀ ਦਾ ਵਿਚਾਰ ਕਰਦੇ ਨੇ, ਜਪਦੇ ਨੇ, ਜਪਣ ਦਾ ਉਪਦੇਸ਼ ਦਿੰਦੇ ਨੇ, ਕਿਉਂਕਿ ਹਿਰਦੇ ਘਰ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਹੈ। ਤਿੰਨ ਕੇ ਮੁਖ ਸਦ ਉਜਲੇ, ਤਿਤ ਸਚੈ ਦਰਬਾਰ। ਇਹ ਸੱਚੇ ਦੇ ਦਰਬਾਰ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਤਿੰਨਾਂ ਦੇ ਮੁਖ ਸਦੀਵੀ ਉਜਲੇ ਨੇ। ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸ਼ੇ ਕਰਤਾਰ। ਜੋ ਕਰਤਾਰ ਨੇ, ਪਰਮੇਸ਼ਰ ਨੇ ਆਪ ਬਖਸ਼ੇ ਨੇ, ਤਿੰਨਾਂ ਨੂੰ ਉੱਠਦਿਆਂ ਬੈਠਦਿਆਂ ਕਦੇ ਨਾਮ ਨਹੀਂ ਭੁੱਲਦਾ। ਜਿਨ੍ਹਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ ਤਰਲੋਕੀ ਦੇ ਮਾਲਕ ਨੇ। ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸ਼ੇ ਕਰਤਾਰ। ਜਿਨ੍ਹਾਂ ਤੇ ਮੇਰੇ ਵਾਹਿਗੁਰੂ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਉਹ ਜਪਦੇ ਨੇ, ਕਿਉਂਕਿ ਹਿਰਦਾ ਨਾਮ ਨਾਲ ਭਿੱਜਿਆ ਹੈ। ਅਭਿਆਸੀ ਨੇ, ਜੋ ਨਿਤ ਦੇ ਨੇਮੀ ਨੇ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਨਾਨਕ ਗੁਰਮੁਖ ਮਿਲੇ ਨਾ ਵਿਛੜੇ, ਜੇ ਮੇਲੇ ਸਿਰਜਣਹਾਰ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ, ਨਾਨਕ ਗੁਰਮੁਖ ਮਿਲੇ ਨਾ ਵਿਛੜੇ, ਜੇ ਆਪ ਮੇਲੇ ਸਿਰਜਣਹਾਰ। ਜੋ ਸਿਰਜਣਹਾਰ ਵਾਂਗੇ ਗੁਰੂ ਨੇ ਆਪਣੇ ਸਰੂਪ ਵਿੱਚ ਆਪ ਮਿਲਾਏ, ਸੋ ਗੁਰਮੁਖ ਮਿਲੇ ਹੋਏ ਕਦੇ ਵਿਛੜਦੇ ਨਹੀਂ, ਅਭੇਦ ਹੋ ਜਾਂਦੇ ਨੇ। ਗੁਰ ਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖ ਸਾਰ। ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਤੇ ਪੀਰਾਂ ਦੀ ਚਾਕਰੀ, ਟਹਿਲ, ਸੇਵਾ ਮਹਾ ਕਠਨ ਹੁੰਦੀ ਹੈ, ਬੜੀ ਕਠਨ। ਇਹ ਮੰਜ਼ਲ ਹੀ ਐਸੀ ਹੈ, ਮਹਾ ਕਰੜੀ। ਗੁਰ ਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖ ਸਾਰ। ਪਰ ਪਾਤਸ਼ਾਹ ਨੇ ਬਖਸ਼ਿਸ਼ਾਂ ਵੀ ਨਾਲ ਕੀਤੀਆਂ, ਵੀ ਕਠਨ ਵੀ ਬੜੀ ਹੈ, ਔਖੀ ਵੀ ਬੜੀ ਹੈ, ਪਰ ਅੰਤ ਨੂੰ ਉੱਤਮ ਸੁੱਖ ਦੇ ਦੇਣਹਾਰੀ ਹੈ। ਸੁੱਖ ਵੀ ਉੱਤਮ ਹੈ ਉਸ ਟਹਿਲ ਦੇ ਵਿੱਚ, ਕਰਨੀ ਦੇ ਵਿੱਚ। ਗੁਰ ਪੀਰਾਂ ਕੀ ਚਾਕਰੀ, ਮਹਾ ਕਰੜੀ ਸੁਖ ਸਾਰ। ਉੱਤਮ ਸੁੱਖਾਂ ਦੇ ਦੇਣਹਾਰੀ ਉਹ ਚਾਕਰੀ ਟਹਿਲ ਗੁਰੂ ਨਾਨਕ ਦੇ ਘਰ ਦੀ। ਪੂਰਨ ਮੁਰਸ਼ਦ ਦੀ ਸੇਵਾ ਟਹਿਲ ਵਿੱਚ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਕਿਉਂਕਿ ਘਾਟੀ ਹੀ ਐਸੀ ਹੈ, ਔਖੀ ਘਾਟੀ ਹੈ ਉਸ ਮਾਖੇ। ਸੰਭਲ ਸੰਭਲ ਪਬ ਧਰਨਾ, ਨਾਲੇ ਡਰਨਾ। ਐਸੀ ਔਖੀ ਘਾਟੀ ਉਸ ਪਰਮੇਸ਼ਰ ਮੇਰੇ ਵਾਹਿਗੁਰੂ ਦੀ, ਸੰਭਲ ਕੇ ਪਬ ਧਰਨਾ, ਨਾਲੇ ਡਰਨਾ। ਉਸ ਮਾਲਕ ਪ੍ਰਭੂ ਦੀ ਔਖੀ ਘਾਟੀ, ਮੰਜ਼ਲ ਮਾਹੀ ਦੀ ਔਖੀ ਘਾਟੀ। ਸੰਭਲ ਸੰਭਲ ਪਬ ਧਰਨਾ, ਨਾਲੇ ਡਰਨਾ। ਮੰਜ਼ਲ ਮਾਹੀ ਦੀ ਔਖੀ ਘਾਟੀ, ਕਿਉਂਕਿ ਮੰਜ਼ਲ ਹੀ ਐਸੀ ਹੈ ਉਸ ਦਾਤੇ ਮੇਰੇ ਪ੍ਰਭੂ ਦੀ। ਇਹ ਵਿਧਾਨ ਮਰਿਆਦਾ ਹੀ ਐਸੀ ਵਿਧਾਨ ਮਰਿਆਦਾ ਬੰਦੀ ਹੈ ਕਿ ਟਹਿਲ ਸੇਵਾ ਗੁਰੂ ਦੀ, ਮੁਰਸ਼ਦ ਦੀ ਕਰਨੀ ਔਖੀ ਵੀ ਬੜੀ, ਤੇ ਉੱਤਮ ਸੁੱਖਾਂ ਦੇ ਦੇਣਹਾਰੀ ਹੈ। ਨਦਰ ਕਰੇ ਜਿਸ ਆਪਣੀ, ਤਿਸ ਲਾਏ ਹੇਤ ਪਿਆਰ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ, ਜਿਸ ਪਰ ਗੁਰੂ ਨਾਨਕ ਮੇਰਾ ਪਰਵਰਦਗਾਰ, ਮੇਰਾ ਵਾਹਿਗੁਰੂ ਆਪਣੀ ਕਿਰਪਾ ਮਿਹਰ ਦੀ ਨਜ਼ਰ ਕਰ ਦਿੰਦਾ ਹੈ, ਤੇ ਇਹਦੇ ਉਦਾਹਰਨ ਹੇਤ ਉਸਦੇ ਮਨ ਤਨ ਵਿੱਚ ਤੇ ਸੇਵਾ ਦਾ ਪ੍ਰੇਮ ਲਾਉਂਦਾ ਹੈ।
ਕਿਉਂਕਿ ਆਪਣੇ ਆਪ ਆਪਾਂ ਸੇਵਾ ਵੀ ਨਹੀਂ ਕਰ ਸਕਦੇ। ਆਪ ਬਖਸ਼ਿਸ਼ ਕਰੇਗਾ ਫਿਰ ਆਪਾਂ ਕਰਾਂਗੇ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਸੇਵਾ ਵਿੱਚ ਆਪ ਲਾਇਆ, ਬਖਸ਼ੀਸ਼ਾਂ ਵੀ ਆਪ ਕੀਤੀ। ਸਭਨਾ ਕਾ ਮਾਂ ਪਿਓ ਆਪ ਹੈ। ਇੱਕ ਦਾ ਨਹੀਂ ਆਖਿਆ ਸਤਿਗੁਰਾਂ ਨੇ ਕਿ ਸਾਰਿਆਂ ਦਾ ਹੀ ਆਪੇ ਸਾਰ ਕਰੇ। ਉਹ ਖਬਰ ਸਭਨਾਂ ਦੀ ਲੈਂਦਾ ਵਾ, ਜੋ ਸੇਵਕ ਉਸ 'ਤੇ ਵੱਡੀਆਂ ਬਖਸ਼ੀਸ਼ਾਂ ਹੁੰਦੀਆਂ ਨੇ ਕਿ ਮੇਰਾ ਬਣਿਆ ਹੈ, ਬਿਲਾਜ ਵੀ ਹੈ ਤੇ ਰੱਖਦਾ ਵੀ ਹੈ, ਤੇ ਨਦਰ ਹੈ ਮੇਰ ਦੀ। ਜੋ ਚਾਕਰੀ ਟਹਿਲ ਕਰੇ ਸੇਵਕ, ਫਿਰ ਮੁਰਸ਼ਦ ਦੀ ਉਸ 'ਤੇ ਨਦਰ ਵੀ ਰਹਿੰਦੀ ਹੈ। ਔਖੀਆਂ ਘਾਟੀਆਂ ਵਿੱਚੋਂ ਫਿਰ ਰੱਖਦਾ ਵੀ ਆਪ ਹੈ। ਨਦਰ ਕਰੇ ਜਿਸ ਆਪਣੀ, ਤਿਸ ਲਾਏ ਹੇਤ ਪਿਆ। ਫਿਰ ਆਪ ਪਿਆਰ ਬਖਸ਼ਦਾ ਹੈ, ਉਸ ਚੱਜ ਕੌਤਕਾਂ ਨੂੰ ਵੀ ਦਿਖਾਉਂਦਾ ਹੈ। ਕਿਉਂਕਿ ਚੋਜੀ ਪ੍ਰੀਤਮ ਹੈ, ਫਿਰ ਬਾਂਹ ਆਪ ਫੜਦਾ ਹੈ। ਸਤਿਗੁਰ ਕੀ ਸੇਵੈ ਲੱਗਿਆ, ਭਉ ਜਲ ਤਰੈ ਸੰਸਾਰ। ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗਿਆ, ਟਹਿਲ ਵਿੱਚ ਲੱਗਿਆ ਭਾਈ, ਇਹ ਜੀਵ ਸੰਸਾਰ ਭਵ ਜਲ ਨੂੰ ਤਰ ਜਾਂਦਾ। ਐਸੀ ਸੇਵਾ ਗੁਰੂ ਦੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ। ਇਹ ਭਾਈ ਆਦਮ ਨੇ ਸੇਵਾ ਕੀਤੀ, 80-82 ਸਾਲ ਦੀ ਆਜੂ ਸੀ। ਬੜੇ ਪੀਰ ਫਕੀਰ ਆਦਿਕ ਦੇਵੀ ਦੇਵਤੇ, ਬੜੀਆਂ ਟਹਿਲ ਸਭਾਵਾਂ ਕੀਤੀਆਂ, ਪਰ ਕੋਈ ਥਾਂ ਨਾ ਪਈ, ਘਰ ਪੁੱਤਰ ਨਾ ਹੋਇਆ, ਕੋਈ ਪਦਾਰਥ ਦੀ ਕਮੀ ਨਹੀਂ। ਉਹ ਗੁਰੂ ਦਾ ਸਿੱਖ ਮਿਲਿਆ ਤੇ ਘਰੋਂ ਗਏ। ਔਰ ਇਸਤਰੀ ਘਰ ਵਾਲੀ ਆਪ ਭਾਈ ਆਦਮ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਚਰਨਾਂ ਵਿੱਚ ਗਏ, ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਲੱਕੜਾਂ ਲੈ ਕੇ ਆਉਣੀਆਂ, ਲੰਗਰ ਵਿੱਚ ਹੋ ਸੇਵਾਵਾਂ। ਸਮਾਂ ਬਤੀਤ ਹੋਇਆ। ਇੱਕ ਦਿਨ ਸਤਿਗੁਰੂ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਆਏ, ਨਾਲ ਸੰਗਤਾਂ ਨੇ। ਠੰਡ ਦੀ ਰੁੱਤ ਸੀ, ਬਾਰਿਸ਼ ਕੁਝ ਪੈ ਰੱਖੀ। ਮੱਠੀ ਫਿਰ ਪਾਤਸ਼ਾਹ ਜਦੋਂ ਆਏ, ਫਿਰ ਬਚਨ ਕੀਤੇ, ਕੋਈ ਐਸਾ ਸਿੱਖ ਹੈ ਜੋ ਸਭ ਸੰਗਤਾਂ ਨੂੰ ਅਗੀਠੇ ਵਾਲ ਕੇ ਅਗਨੀ ਸਕਾਵੇ। ਉਹ ਜੋ ਵੀ ਮੰਗੇਗਾ ਗੁਰੂ ਨਾਨਕ ਦੇ ਘਰੋਂ ਉਸਨੂੰ ਮਿਲੇਗਾ। ਇਹ ਬਚਨ ਕੀਤੇ ਗੁਰੂ ਰਾਮਦਾਸ ਮਹਾਰਾਜ ਜੀ। ਭਾਈ ਆਦਮ ਨੇ ਕੁਝ ਲੱਕੜਾਂ ਜੋੜੀਆਂ ਸਨ ਕਿ ਔਖੇ ਸਮੇਂ ਵੇਲੇ ਵੀ, ਬਾਰਿਸ਼ ਵੇਲੇ ਕੰਮ ਆ ਜਾਂਦੇ, ਕਿਉਂਕਿ ਸਿਆਣੇ ਪੁਰਸ਼ ਰੱਖ ਲੈਂਦੇ ਨੇ। ਲੱਕੜਾਂ ਕੱਢੀਆਂ, ਸਭਨਾਂ ਨੂੰ ਅੰਗੀਠੇ ਵਾਲ ਦਿੱਤੇ। ਪਾਤਸ਼ਾਹ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਬੜੇ ਖੁਸ਼ ਹੋਏ। ਗੁਰੂ ਰਾਮਦਾਸ ਮਹਾਰਾਜ ਜੀ ਦੂਜਾ ਦਿਨ ਹੋਇਆ, ਫਿਰ ਸੱਦਿਆ ਭਾਈ ਆਦਮ ਨੂੰ। ਪਾਤਸ਼ਾਹ ਸਿੰਘਾਸਨ 'ਤੇ ਬੈਠੇ ਨੇ, ਸੰਗਤਾਂ ਬੈਠੀਆਂ ਨੇ। ਭਾਈ ਦੱਸ ਤੇਰੀ ਕੀ ਮੰਗ ਹੈ? ਅਸੀਂ ਬੜੇ ਪ੍ਰਸੰਨ ਹਾਂ। ਪਰ ਉਹ ਮੰਗ ਜੋ ਸੀ ਉਹ ਮੰਗ ਨਾ ਸਕਿਆ। ਕੀ ਵਚਨ ਕੀਤੇ ਪਾਤਸ਼ਾਹ? ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ। ਸਤਿਗੁਰੂ ਕਹਿਣ ਲੱਗਾ, ਇਹ ਵੀ ਤੇਰੇ ਤੇ ਬਖਸ਼ਿਸ਼ ਹੈ, ਪਰ ਜੋ ਤੇਰੀ ਮੰਗ ਹੈ ਫਿਰ ਵੀ ਇਹੀ ਵਚਨ। ਤੀਜਾ ਵਚਨ ਫਿਰ ਸਤਿਗੁਰੂ ਕਹਿਣ ਲੱਗੇ, ਚੰਗਾ ਕੱਲ੍ਹ ਆ। ਦੂਜਾ ਦਿਨ ਹੋਇਆ, ਫਿਰ ਇਸਤਰੀ ਨੂੰ ਪਤਾ ਲੱਗਿਆ। ਉਹ ਨਾਲ ਆਈ ਕਿ ਸਤਿਗੁਰੂ ਬਖਸ਼ੀਸ਼ਾਂ ਦੇ ਘਰ ਵਿੱਚ ਆਏ ਹੋਏ। ਜਦੋਂ ਇਹ ਬਚਨ ਹੋਇਆ, ਫਿਰ ਕਹਿ ਦਿੱਤਾ, ਪਾਤਸ਼ਾਹ ਗਰੀਬ ਨਵਾਜ਼, ਝੋਲੀ ਵਿੱਚ ਪੁੱਤਰ ਦੀ ਦਾਤ ਪਾਵੋ। ਪਾਤਸ਼ਾਹ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਮੁੰਦ ਲਏ। ਕਾਫੀ ਸਮਾਂ ਸਤਿਗੁਰਾਂ ਨੇ ਨੇਤਰ ਨਹੀਂ ਖੋਲੇ। ਫਿਰ ਕਹਿਣ ਲੱਗੇ, ਭਾਈ ਤੁਹਾਡੇ ਕਰਮਾਂ ਵਿੱਚ ਤਾਂ ਰਹਿ ਨਹੀਂ ਸੀ, ਪਰ ਸਾਡੇ ਘਰ 4 ਪੁੱਤਰ ਹੋਣੇ, ਇੱਕ ਅਸੀਂ ਆਪਣਾ ਤੁਹਾਨੂੰ ਦਿੰਦੇ।
क्योंकि गुरु नानक का घर ही ऐसा है, इस घर विचों कोई खाली नहीं जाता। सतगुरां ने वड्डियां बख्शीशां कीतियां, झोली भर दी। वो ऐसा मालिक है, सतगुर की सेवै लगिया भौजल तरै संसार, भाव सागर तो मनुख तर जाता है। मन चिंदिया फल पाए सी, अंतर विवेक विचार। पातशाह फरमाउंदे ने गुरु नानक दे घरों मन वांछत फल मिलते हैं। जो मांगै ठाकर अपने ते सोई सोई देवै, नानक दास मुख ते जो बोलै, इहा उहा सच हो। क्योंकि गुरु नानक का घर ही ऐसा है। साचे साहिबा क्या नाही घर तेरा, घर तां तेरा सब किश है, जिस दे सो पावे। तो दिंदा वो पाउंदा है, क्योंकि गुरु नानक का घर बख्शीशां दा दर है। मन चिंदिया फल पाए सी, अंतर विवेक विचार। गुरु की सेवा टहल करिया भाई, ते अंदर जीव ईश्वर दोनों की एकता का विचार प्राप्त हो जाएगा। बख्शीशां मिलदियां ने, सो मन चित फल नूं वो पाउंदा है, पावेगा। नानक सतगुर मिलिया प्रभ पाइया, सब दुख निवारण आरो। पातशाह फरमाउंदे ने सोढ़ी सुल्तान गुरु रामदास महाराज जी, नानक सतगुर मिलिया प्रभ पाइया, सब दुख निवारण। सतगुरु के मिलाप ते कैसियां बख्शीशां हुंदियां ने भाई। सारे दुखां दे निवार नखारा कौन? जगत दा मालिक मेरा वाहिगुरु पाई दा। क्योंकि गुरु के मिलिया बख्शीशां हुंदियां ने, क्योंकि गुरु तो बिना गति ही नहीं। जे 100 चंदा उग वह सूरज चढ़े हजार, एते चानण हुंदियां गुर बिन घोर अंधार। कुंभे बद्धा जल रहे, जल बिन कुंभ ना होए। ज्ञान का बद्धा मन रहे, गुर बिन ज्ञान ना होए। क्योंकि गुरु तो बिना ज्ञान नहीं, गुरु तो बिना गति नहीं। सतगुरु बाजो गुर नहीं कोई, ने गुरे का है नाउ बुरा। गुरु वाले बनिए, गुरु की सेवा टहल करिए। जो पातशाह गुरु रामदास महाराज जी पावनी उपदेश दिंदे ने, भाई प्यारे हो, नानक सतगुर मिलिया प्रभ पाइए। जे प्रभु नूं, उस वाहे गुरु नूं तू मिलना है, गुरु नूं मिल। सतगुरु गुरु नूं धारण कर, सब दुख निवारण हार। जो दुखां दा नाश करन हारा, वो मालक जगत दा सिरजणहार, वाहे गुरु तू पा लवेगा। सतगुरु के उपदेश ते चलिए, गुर शब्दी गुरमतिए बनिए। नाम नूं जपीए, क्योंकि भाई ये जुग कल जुग दा है। कल केवल नाम उधार, नाम दे जपिया ही अपना उधार है। संग करिए सतपुरुषां दा, अपना अमोलक जन्म सफल हो जाएगा। हे अच्युत पौर ब्रह्म अविनाशी अगनास, हे पूरन हे सर्व